object of mass 1 kg। और मेनू नोट कर लो, मेनू आप लोग कर लो। अगर आप पेपर में लिखनी है तो लिखना नहीं। 1 kg force is defined as the amount that produced and नहीं होगी and होगा, गलत लिखा है। and acceleration of 1 meter square in an object of mass 1 kg। कि अगर साडे कोल कोई ऑब्जेक्ट है दा मास 1 kg है, ਉਹਦੇ ਉੱਤੇ ਅਸੀਂ 1 न्यूटन फोर्स ਜਿਹੜਾ ਅਪਲਾਈ ਕਰਦੇ ਹਾਂ, ਉਹ ਕਿੰਨੀ ਐਕਸਲੇਸ਼ਨ ਪ੍ਰੋਡਿਊਸ ਕਰਦਾ ਜੀ? 1 मीटर पर सेकंड स्केल एक्सेलरेशन ਜਿਹੜੀ ਪ੍ਰੋਡਿਊਸ ਕਰਦਾ। सो अगे जी एप्लीकेशन है, लास्ट टॉपिक है, 2 मिनट 5 मिनट करेंगे बस। नोट कर लो जी, एप्लीकेशन ऑफ न्यूटन सेकंड लॉ ऑफ मोशन। एप्लीकेशन ऑफ न्यूटन सेकंड लॉ ऑफ मोशन। भाई अगे तो थोड़ा टाइम लगाया हां जी सर, कोई नहीं, ठीक है। हां जी। एप्लीकेशन ऑफ न्यूटन सेकंड लॉ ऑफ मोशन। कोई एप्लीकेशन भी नहीं है जिथे ये वाला ला ਜਿਹੜਾ यूज ਹੁੰਦਾ ਵਾ, ਇੱਥੇ ਲਾ ਜਿਹੜਾ ਵਰਤਿਆ ਜਾਂਦਾ। सो सब तो पहला जी फर्स्ट एप्लीकेशन नोट करो जी, ए फिल्टर पुल इज हैंड बैकवर्ड। ए फिल्टर पुल इज हैंड बैकवर्ड while catching a cricket ball coming on hand with a great speed, with a high speed। हाई स्पीड देखो जी क्रिकेट खेडी है, ਇਹਦੀ ਕੈਚ ਕੀਤਾ, ਜਿਹੜੀ ਬਾਲ ਹੈ ਹਾਈ ਵੈਲੋਸਿਟੀ ਆਉਂਦੀ ਹੈ, ਠੀਕ ਹੈ ਜੀ। ਤੁਸੀਂ ਬਾਲ ਜਿਹੜੀ ਫੜਦੇ ਇਦਾਂ ਕਰਕੇ ਫੜਦੇ ਜੀ, ਦੇਖੋ ਇਹ ਕਰਕੇ ਇਦਾਂ ਕਰਕੇ, ਜਦੋਂ ਬਾਲ ਹੁੰਦੀ ਹੈ ਇਹਦੀ ਵੀ ਇਦਾਂ ਫਲੋਤੇ ਰਹਿੰਦੀ ਹੈ, ਜਿਹੜੀ ਬਾਲ ਆ ਉਹਨੂੰ ਇਦਾਂ ਕਰਕੇ ਆਪਦੇ ਹੱਥ ਪਿੱਛੇ ਨੂੰ ਕਰ ਦਿੰਦੇ। ਉਹਦੇ ਨਾਲ ਕੀ ਹੁੰਦਾ, ਜਿਹੜੀ ਬਾਲ ਆ ਉਹਦਾ ਜਿਹੜਾ ਮੋਮੈਂਟਮ ਹੈ ਜਾਂ ਉਹਦੀ ਜਿਹੜੀ ਵੈਲੋਸਿਟੀ ਆ ਉਹ ਗ੍ਰੈਜੂਅਲੀ ਜ਼ੀਰੋ ਹੋ ਜਾਂਦੀ ਹੈ। ਅਗਰ ਤੁਸੀਂ ਹੱਥਾਂ ਦੇ ਇਦਾਂ ਫੜਾ ਕੇ ਰੱਖੋਗੇ ਤੁਹਾਨੂੰ ਸੱਟ ਲੱਗੂਗੀ, ਤੁਹਾਡੇ ਜਿਹੜੇ ਹੈਂਡ ਦੇ ਵਿੱਚ ਇੰਜਰੀ ਆ ਸਕਦੀ ਹੈ, ਕੋਈ ਨਾ ਕੋਈ ਤਾਂ ਸੱਟ ਵਗੈਰਾ ਲੱਗ ਸਕਦੀ ਹੈ, ਕੋਈ ਬਾਉਂਡ ਵਗੈਰਾ ਹੋ ਸਕਦਾ ਵਾ। ਪਰ ਤੁਸੀਂ ਕਰਦੇ ਜੇ ਜਦੋਂ ਤੁਸੀਂ ਉਹ ਬਾਲ ਨੂੰ ਕੈਚ ਕਰਦੇ ਜੇ, ਤੁਸੀਂ ਆਪਣੇ ਹੱਥ ਜਿਹੜੇ ਹੈਂਡ ਨੂੰ ਕੁਝ ਇਦਾਂ ਕਰਕੇ ਪੁੱਲ ਕਰ ਲੈਂਦੇ, ਖਿੱਚ ਲੈਂਦੇ ਜੇ ਪਿੱਛੇ ਇਦਾਂ ਕਰਕੇ। ਜਿਹੜੀ ਬਾਲ ਆ ਹਾਈ ਮੋਮੈਂਟਮ ਆਉਂਦੀ ਹੈ ਔਰ ਉਹ ਤੁਹਾਡੇ ਬਾਲ ਹੈਂਡ ਤੇ ਕੋਈ ਇਫੈਕਟ ਨਹੀਂ ਹੋਊਗਾ। ਮੇਨ ਜਿਹੜੀ ਉਹ ਬਾਲ ਆ ਉਹਦਾ ਮਾਸ ਹੁੰਦਾ, ਜਦੋਂ ਹਾਈ ਵੈਲੋਸਿਟੀ ਨਾਲ ਉਹਨੂੰ ਆਪਾਂ ਹਿੱਟ ਕਰਦੇ ਹਾਂ, ਜਦੋਂ ਬਾਲ ਹੁੰਦੀ ਹਾਈ ਵੈਲੋਸਿਟੀ ਹੁੰਦੀ, ਹਾਈ ਮੋਮੈਂਟਮ ਨਾਲ ਹੁੰਦੀ। ਔਰ अगर तुम आपके हैंड में विद स्टेप रखोगे, बिल्कुल स्टेबल रखोगे, आप कह सकते हैं कि हैंड जो आपके बिल्कुल हार्ड करके रखोगे, ਤੁਹਾਡੇ हैंड जो इंजरी आ सकती, सट लग सकती है। बट तुम करते जो बॉल का कैच करते जे, क्रिकेट बॉल का कैच करते की करोगे, आपके हैंड जो पिछले पुल कर जी बॉल है जो वेलोसिटी है जो मोमेंटम है वो ग्रैजुअली डिक्रीज हो जाता है। जो ग्रैजुअली मोमेंटम डिक्रीज हो जाता वा उसका की होगा, ਤੁਹਾਡੇ हैंड से कोई इफेक्ट नहीं होगा। बट अगर तुम आपके हैंड जो बिल्कुल हार्ड करके रखोगे, रिजिड करके रखोगे या विद स्टैंड करके रखोगे, की होगा, ਤੁਹਾਡੇ हैंड ਤੇ इंजरी आ सकती है। वही ਜਿਹੜੀ बॉल है मास ज्यादा वा, अगर मास ज्यादा है तो मास के कारण आपके एनर्जी स्टोर करोगे, मेन तो मोमेंटम भी ज्यादा होगा। अगर तुम आपके हैंड जो विद स्टैंड रखते जे, बिल्कुल स्टेबल रखते जे, ਤੁਹਾਡੇ हैंड ਤੇ इंजरी आ सकती है। पर तुम करते जो बॉल को कैच करते जे, क्रिकेट बॉल का कैच करते जे, बॉल की वेलोसिटी ज्यादा वा, मोमेंटम ज्यादा वा, तुम आपके हैंड पिछे पिछे पुल कर लेंगे। ਇਹਦੇ ਨਾਲ ਕੀ ਹੁੰਦਾ ਵਾ, ਜਿਹੜੀ ਬਾਲ ਆ ਉਹਦਾ ਮੋਮੈਂਟਮ, ਉਹਦੀ ਵੈਲੋਸਿਟੀ ਗ੍ਰੈਜੂਅਲੀ ਡਿਕਰੀਜ਼ ਹੋ ਜਾਂਦੀ ਹੈ, ਉਹਦੀ ਵੈਲੋਸਿਟੀ ਡਿਕਰੀਜ਼ ਹੋ ਜਾਂਦੀ ਹੈ, ਉਹਦਾ ਮੋਮੈਂਟਮ ਡਿਕਰੀਜ਼ ਹੋ ਜਾਂਦਾ ਔਰ ਈਜ਼ੀਲੀ ਤੁਸੀਂ ਬਾਲ ਨੂੰ ਕੈਚ ਕਰ ਲੈਂਦੇ ਹੋ। ਸੋ ਨੈਕਸਟ ਦੇਖੋ ਜੀ, ਇਹਦੇ ਵਿੱਚ ਐਪਲੀਕੇਸ਼ਨ ਹੋਰ ਹੋਣੀ ਹੈ ਜੀ, ਭਈਆ ਕਰਕੇ ਵੇਖ ਲਓ ਪਲੀਜ਼ ਐਗਰੀ ਕਰੇ। ਨੈਕਸਟ ਨੋਟ ਕਰੋ ਜੀ, ਐਥਲੀਟਸ ਫॉर एथलीट्स of long and high jump, long and high jumps on sandbag या फिर cushion bed, cushion bed।
provided at the place of landing. At the place of landing. भाई हाई जंप च लॉन्ग जंप मारिया हाँ जी सर जो हाई जंपर ਜਾਂ ਲੌਂਗ ਜੰਪਰ ਜਿਹੜੇ ਆ ਜਿਵੇਂ 올림픽ਸ ਦੀ ਗੱਲ ਕਰ ਲਈਏ ਅਗਰ ਵੱਡੇ ਲੈਵਲ ਤੇ ਗੇਮਾਂ ਹੁੰਦੀਆਂ ਵਾ ਜਿਹੜੇ ਲੌਂਗ ਜੰਪਰ ਔਰ ਹਾਈ ਜੰਪਰ ਆ ਉਹ ਕਰਦੇ ਆ ਕਿ ਆਪਦੇ ਅੱਗੇ ਉਹਦੇ ਕੁਸ਼ਨ ਬੈਠ ਪੈਂਦਾ ਪੁੱਲਾ ਜਿਹਾ ਗੱਦਾ ਪੈਂਦਾ ਉਹ ਜੰਪ ਮਾਰਦੇ ਆ ਤੇ ਡਿੱਗ ਪੈਂਦੇ ਉਹਨਾਂ ਨੂੰ ਕੋਈ ਇੰਜਰੀ ਨਹੀਂ ਹੁੰਦੀ ਪਰ ਜੇ ਥੱਲੇ ਬਿਲਕੁਲ ਰਿਜ਼ਲਟ ਪਲੇਸ ਹੋਵੇ ਜਾਂ ਕਹਿ ਸਕਦੇ ਹਾਂ ਬਿਲਕੁਲ ਆਪਾਂ ਕਹਿ ਸਕਦੇ ਫਰਸ਼ ਹੋਵੇ ਫਲੋਰ ਹੋਵੇ ਲੈਵਲ ਤੇ ਕੰਕਰੀਟ ਦਾ ਫਲੋਰ ਹੋਵੇ ਤੇ ਉਹਨੂੰ ਸੱਟ ਲੱਗੂਗੀ ਯਸ ਸਰ ਕਿਉਂ ਲੱਗੂਗੀ ਕਿਉਂਕਿ ਜਿਹੜਾ ਕੋਈ ਵੀ ਐਥਲੀਟ ਹੈ ਉਹਦੀ ਬੋਡੀ ਦਾ ਕੋਈ ਨਾ ਕੋਈ ਮਾਸ ਜਦੋਂ ਜ਼ਿਆਦਾ ਭੱਜ ਕੇ ਆਉਂਦਾ ਵਾ ਮਾਸ ਦੇ ਕਾਰਨ ਉਹਦੀ ਬੋਡੀ ਆਪਦੇ ਵਿੱਚ એનર્ਜੀ ਸਟੋਰ ਕਰਦੀ ਹੈ ਅਗਰ એનર્ਜੀ ਸਟੋਰ ਕਰੂਗੀ ਬੋਡੀ ਦੀ ਵੈਲੋਸਿਟੀ ਵੀ ਜ਼ਿਆਦਾ ਹੋਊਗੀ ਬੋਡੀ ਦਾ ਮੋਮੈਂਟਮ ਵੀ ਜ਼ਿਆਦਾ ਹੋਊਗਾ ਬੋਡੀ ਦਾ ਮੂਵਮੈਂਟ ਆਫ ਇਨਰਸ਼ੀਆ ਵੀ ਜ਼ਿਆਦਾ ਹੋਊਗਾ ਔਰ ਉਹਦੇ ਨਾਲ ਕੀ ਹੋਊਗਾ ਅਗਰ ਥੱਲੇ ਪੱਕੀ ਜਗ੍ਹਾ ਵਾ ਬਿਲਕੁਲ ਰਿਜਿਡ ਪਲੇਸ ਹੈ ਬਿਲਕੁਲ ਫਲੋਰ ਬਣਿਆ ਵਾ ਕੰਕਰੀਟ ਦਾ ਕੀ ਹੋਊਗਾ ਉਹਨੂੰ ਕੋਈ ਨਾ ਕੋਈ ਇੰਜਰੀ ਆ ਸਕਦੀ ਹੈ ਬਟ ਉਹਦੇ ਥੱਲੇ ਕੀ ਕਰਦੇ ਨੇ ਪਹਿਲਾਂ ਹੀ ਜਿਹੜੀ ਉਹ ਲੈਂਡਿੰਗ ਪਲੇਸ ਹੁੰਦੀ ਆ ਲੌਂਗ ਜੰਪਰ ਵਾਸਤੇ ਜਾਂ ਹਾਈ ਜੰਪਰ ਵਾਸਤੇ ਉਹਦੇ ਥੱਲੇ ਕੀ ਕਰਦੇ ਨੇ ਜਾਂ ਤਾਂ ਆਪਾਂ ਸੈਂਡ ਬੈਡ ਬਣਾ ਦਿੰਦੇ ਆ ਮਿੱਟੀ ਵਿਛਾ ਦਿੰਦੇ ਆ ਪੋਲੀ ਮਿੱਟੀ ਜਾਂ ਪੋਲੀ ਰੇਤ ਵਗੈਰਾ ਕਰ ਦਿੰਦੇ ਆ ਜਾਂ ਫਿਰ ਕੁਸ਼ਨ ਬੈਡ ਹੁੰਦੇ ਆ ਕਹਿ ਸਕਦੇ ਪੋਲੇ ਪੋਲੇ ਗੱਦੇ ਤੇ ਵਿਛਾ ਦਿੰਦੇ ਆ ਮੰਨ ਲਓ ਜਿਹੜਾ ਤੁਹਾਡਾ ਐਥਲੀਟ ਆ ਉਹ ਮਗਰੋਂ ਭੱਜ ਗਿਆ ਉਹਦੀ ਬੋਡੀ ਦਾ ਮਾਸ ਵੀ ਜ਼ਿਆਦਾ ਵਾ ਮੋਮੈਂਟਮ ਵੀ ਜ਼ਿਆਦਾ ਵਾ ਵੈਲੋਸਿਟੀ ਵੀ ਜ਼ਿਆਦਾ ਵਾ ਔਰ ਕੀ ਹੋਊਗਾ ਜੀ ਉਹਦੇ ਕਾਰਨ ਜਦੋਂ ਉਹ ਕੁਸ਼ਨ ਬੈਡ ਦੇ ਉੱਤੇ ਜਾ ਕੇ ਆਪਦਾ ਕਹਿ ਸਕਦੇ ਸਾਰੀ ਬੋਡੀ ਦਾ weight ਡਿੱਗੂਗਾ ਜਾਂ ਉੱਤੇ ਡਿੱਗੂਗਾ ਜਾ ਕੇ ਤੇ ਉਹ ਜਿਹੜਾ ਕੁਸ਼ਨ ਬੈਡ ਆ ਉਹ ਕੁਸ਼ਨਿੰਗ ਇਫੈਕਟ ਪ੍ਰੋਵਾਈਡ ਕਰੂਗਾ ਮੀਨ ਉਹਨੂੰ ਕਹਿ ਸਕਦੇ ਆਪਾਂ ਕਹਿ ਸਕਦੇ ਕਿ ਉਹਨੂੰ ਇੱਕ ਜੰਪ ਦੇਖੋ ਜੀ ਜਦੋਂ ਵੀ ਜਿਹੜਾ ਹਾਈ ਜੰਪਰ ਹੈ ਜਾਂ ਲੌਂਗ ਜੰਪਰ ਹੈ ਉਹਦੀ ਬੋਡੀ ਦਾ ਕੋਈ ਮਾਸ ਹੈ ਉਹਦੀ ਬੋਡੀ ਦਾ ਕੋਈ ਨਾ ਕੋਈ weight ਹੈ ਇਹਦੇ ਕਾਰਨ ਉਹਦੀ ਬੋਡੀ ਕੀ ਕਰਦੀ ਹੈ ਜੀ એનર્ਜੀ ਸਟੋਰ ਕਰਦੀ ਹੈ ਔਰ ਬੋਡੀ ਦੀ ਵੈਲੋਸਿਟੀ ਵੀ ਜ਼ਿਆਦਾ ਹੋਊਗੀ ਮੋਮੈਂਟਮ ਵੀ ਜ਼ਿਆਦਾ ਹੋਊਗਾ ਔਰ ਮੂਵਮੈਂਟ ਆਫ ਇਨਰਸ਼ੀਆ ਵੀ ਜ਼ਿਆਦਾ ਹੋਊਗਾ ਜਦੋਂ ਬੋਡੀ ਕੀ ਹੈ ਜੀ ਹਾਈ ਮੋਮੈਂਟਮ ਨਾਲ ਜੰਪ ਕਰੂਗੀ ਜਾਂ ਲੌਂਗ ਜੰਪ ਕਰੂਗੀ ਜਾਂ ਹਾਈ ਜੰਪ ਕਰੂਗੀ ਅਗਰ ਉਹਦੇ ਅੱਗੇ ਉਹਦੀ ਲੈਂਡਿੰਗ ਪਲੇਸ ਤੇ ਕੁਛ ਨਹੀਂ ਬੈਠਿਆ ਤਾਂ ਕੁਛ ਨਹੀਂ ਫੈਕਟ ਕੀ ਹੈ ਜੀ ਉਹਨੂੰ ਸਡਨ ਸ਼ੌਕ ਲੱਗਣ ਤੋਂ ਬਚਾ ਦਿੰਦਾ ਉਹਨੂੰ ਝਟਕਾ ਨਹੀਂ ਲੱਗਣ ਦਿੰਦਾ ਉਹਨੂੰ ਕੋਈ ਇੰਜਰੀ ਨਹੀਂ ਆਉਣ ਦਿੰਦਾ ਅਗਰ ਉਹਦੇ ਅੱਗੇ ਸੈਂਡ ਬੈਡ ਹੈ ਤਾਂ ਵੀ ਉਹਨੂੰ ਕੁਛ ਨਹੀਂ ਫੈਕਟ ਪ੍ਰੋਵਾਈਡ ਕਰਦਾ ਵੀ ਲੌਂਗ ਜੰਪਰ ਔਰ ਹਾਈ ਜੰਪਰ ਨੂੰ ਕੋਈ ਇੰਜਰੀ ਨਹੀਂ ਆਉਣ ਦਿੰਦਾ ਬਟ ਅਗਲੇ ਬੰਦੇ ਜੇ ਅਗਰ ਫਰਸ਼ ਹੁੰਦਾ ਫਿਰ ਕੀ ਹੁੰਦਾ ਇੰਜਰੀ ਆ ਉਹਨੂੰ ਇੰਜਰੀ ਆ ਜਾਣੀ ਉਹਦਾ ਕਹਿ ਸਕਦੇ ਹਾਂ ਕੋਈ ਚੋਟ ਵਗੈਰਾ ਲੱਗ ਸਕਦੀ ਹੈ ਸੋ ਨੈਕਸਟ ਇੱਕ ਐਪਲੀਕੇਸ਼ਨ ਹੋ ਰਿਹਾ ਜੀ ਵੀ ਨੋਟ ਵਾਲੀ ਲਓ ਉਸ ਤੋਂ ਬਾਅਦ नेक्स्ट देखो जी लास्ट है थर्ड वाले हैं सीट बेल्ट इन ए कार सीट बेल्ट इन ए कार आर provided to prevent the passenger from getting thrown in the direction of car, in the direction of motion, in the direction of motion of car. देखो जी कार के नाम कीता हाँ जी कार की स्पीड कितनी होती है सर मान लो 80 किलोमीटर आवर तक कह सकते 100 किलोमीटर आवर तक अपनी कार जी ईजीली अपन भजा लेते हैं ठीक है जी सेफली ਨਾਲ ਭਜਾ ਲੈਂਦੇ हैं ਉਹਦੇ ਵਿੱਚ ਦੇਖੋ ਜੀ ਸੀਟ ਬੈਲਟ ਲੱਗੀ ਹੁੰਦੀ ਹੈ ਦੇਖੋ ਜੀ ਤੁਹਾਡੀ ਕਾਰ ਰਨ ਕਰਦੀ ਹੈ ਤੁਹਾਡੀ ਬੋਡੀ ਵਿੱਚ ਰਨ ਕਰਦੀ ਹੈ ਕਿ ਨਹੀਂ ਕਰਦੀ ਸਰ ਅਗਰ ਕਾਰ ਇੱਕਦਮ ਮੈਂ ਕੁਐਸਚਨ ਕਰਦਾ ਇੱਥੇ ਮਤਲਬ ਸ਼ਾਇਦ ਦੱਸਿਆ ਵੀਡੀਓ ਵਿੱਚ ਤੁਸੀਂ ਨਹੀਂ ਹੈਗੇ ਦੇਖੋ ਜੀ ਅਗਰ ਤੁਹਾਡੀ ਕਾਰ ਦੀ ਐਕਸਲਰੇਸ਼ਨ ਹੈਗੀ ਹੈ ਮੰਨ ਲਓ ਕਾਰ ਦੀ ਸਪੀਡ ਹੈਗੀ ਹੈ ਵੈਲੋਸਿਟੀ ਕਹਿ ਸਕਦੇ ਹਾਂ 100 ਕਿਲੋਮੀਟਰ पर आ रहा है तो ताड़ी बॉडी भी नाल उतना जज करूगी हाँ जी ना करूगी हाँ जी अगर कार में ब्रेक लोगे की होगा सर वो झटका है घाणी साही अगे ਨੂੰ ਡਿੱਗਾਂਗੇ ਉਹਦਾ ਕੀ ਹੋਊਗਾ ਉਹਨੂੰ ਬੋਲਦੇ ਬ੍ਰੇਕਿੰਗ ਸਟ੍ਰੈਸ ਠੀਕ ਹੈ ਜੀ ਮੰਨ ਲਓ ਤੁਹਾਡੀ ਕਾਰ ਰੁਕੀ ਹੋਈ ਹੈ ਜਾਂ ਬੱਸ ਦੀ ਗੱਲ ਕਰਾਂ ਬੱਸ ਰੁਕੀ ਹੋਈ ਹੈ ਤੁਸੀਂ ਵਿੱਚ ਬੈਠੇ ਜੀ ਤੁਸੀਂ ਵਿੱਚ ਸੌਂ ਗਏ ਜੀ ਮੰਨ ਲਓ ਬੱਸ ਜਿਹੜੀ ਆ ਤੁਰਦੀ ਹੈ ਜੀ ਉਹ ਕਹਿ ਸਕਦੇ ਹਾਂ ਕਿ ਸਟੇਸ਼ਨਰੀ ਤੋਂ ਮੂਵ ਕਰਦਾ ਸ਼ੁਰੂ ਕਰਦੀ ਹੈ ਤਾਂ ਝਟਕਾ ਜਦੋਂ ਲੱਗਦਾ ਕਿ ਕਾਹਦਾ ਪਿੱਛੇ ਸਰ ਅੱਗੇ ਨੂੰ ਲਾਦਾ ਜਦੋਂ ਬੱਸ ਮੰਨ ਲਓ ਇਹ ਖੋਤੀ ਢੇਡੇ ਦੇ ਵਿੱਚ ਚੜ ਗਈ ਬੱਸ ਦੇ ਵਿੱਚ ਬੱਸ ਨੂੰ ਵੀ ਕੀ ਝਟਕੇ ਜਦੋਂ ਨੂੰ ਮਗਰ ਨੂੰ ਕੀ ਅੱਗੇ ਨੂੰ ਅੱਗੇ ਨਹੀਂ ਸਰ ਮਗਰ ਨੂੰ ਕਿਉਂਕਿ ਝਟਕਾ ਲੱਗੂਗਾ ਫਿਰ ਮਗਰ ਨੂੰ ਲੱਗੂਗਾ ਉਹਨੂੰ ਬੋਲਦੇ ਡਰਾਈਵਿੰਗ ਸਟ੍ਰੈਸ ਠੀਕ ਹੈ ਜੀ
ਚਲੋ ਜੀ ਆਪਾਂ ਕਾਰ ਦੀ ਐਗਜ਼ਾਮਪਲ ਤੁਸੀਂ ਮੰਨ ਲਓ ਕਾਰ ਦੇ ਵਿੱਚ ਟਰੈਵਲ ਕਰਦੇ ਪਏ ਕਾਰ ਜਿਹੜੀ ਹੈ 100 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਚੱਲਦੀ ਪਈ ਉਹਦੇ ਵਿੱਚ ਤੁਹਾਡੀ ਬੋਡੀ ਵੀ ਹੈ ਤੁਹਾਡੀ ਬੋਡੀ ਵੀ ਕਿੰਨੇ ਤੇ ਮੂਵ ਕਰੂਗੀ ਤੁਹਾਡੀ ਬੋਡੀ ਦੀ ਵੈਲੋਸਿਟੀ ਵੀ ਸੇਮ ਹੈ ਮੰਨ ਲਓ ਉਸ ਤੋਂ ਬਾਅਦ ਕੀ ਹੈ ਕਿ ਕਾਰ ਦੇ ਅਗਲੇ ਕੋਈ ਚੀਜ਼ ਆ ਜਾਂਦੀ ਹੈ ਕਾਰ ਦੇ ਅਗਲੇ ਕੋਈ ਚੀਜ਼ ਆ ਜਾਂਦੀ ਹੈ ਤਾਂ ਕਾਰ ਦੀ ਹੀ ਬ੍ਰੇਕ ਅਪਲਾਈ ਕਰਦੇ ਤੁਹਾਡੀ ਕਾਰ ਜਿਹੜੀ ਸਟਾਪ ਕਰੂਗੀ ਮੀਨਸ ਉਹਦੀ ਵੀ ਵੈਲੋਸਿਟੀ 100 ਕਿਲੋਮੀਟਰ ਆ ਰਿਹਾ ਉਹ ਘਟ ਕੇ 20 ਕਿਲੋਮੀਟਰ ਪਾਰ ਹੋ ਜਾਂਦੀ ਪਰ ਆਰਾਮ ਲੈਂਦੀ ਹੈ ਤੁਹਾਨੂੰ ਕੀ ਹੋਊਗਾ ਜੀ ਝਟਕਾ ਲੱਗੂਗਾ ਤੁਹਾਨੂੰ ਕੀ ਝਟਕਾ ਲੱਗੂਗਾ ਕਿ ਅੱਗੇ ਉਹਨੂੰ ਝਟਕਾ ਲੱਗੂਗਾ ਇੱਕ ਸ਼ੌਕ ਲੱਗੂਗਾ ਉਹਨੂੰ ਬੋਲ ਦਿੰਦੇ ਆ ਬ੍ਰੇਕਿੰਗ ਸਟ੍ਰੈਸ ਤੁਸੀਂ ਅੱਗੇ ਦੇਖੋਗੇ ਅਗਰ ਮੰਨ ਲਓ ਯਕਦਮ ਅਸੀਂ ਗੱਡੀ ਦੀ ਬ੍ਰੇਕ ਅਪਲਾਈ ਕਰ ਦਿੰਦੇ ਆ ਸਡਨਲੀ ਬ੍ਰੇਕ ਅਪਲਾਈ ਕਰ ਦਿੰਦੇ ਆ ਕੀ ਹੋਊਗਾ ਸਾਨੂੰ ਬਹੁਤ ਸਡਨਲੀ ਸ਼ੌਕ ਲੱਗੂਗਾ ਸਾਡਾ ਕਹਿ ਸਕਦੇ ਸਾਡੀ ਡੈਥ ਹੋ ਸਕਦੀ ਹੈ ਬਟ ਉਹਦੇ ਵਿੱਚ ਇੱਕ ਸੀਟ ਬੈਲਟ ਲੱਗੀ ਹੁੰਦੀ ਹੈ ਜਿਹੜੀ ਉਹ ਸੀਟ ਬੈਲਟ ਹੀ ਅਗਰ ਉਹਨੂੰ ਪਹਿਨ ਲੈਂਦੇ ਆ ਨਾ ਵੀਅਰ ਕਰ ਲੈਂਦੇ ਆ ਉਹ ਕੀ ਕਰਦੀ ਹੈ ਜੀ ਉਹ ਜਿਹੜਾ ਸਡਨ ਸ਼ੌਕ ਲੱਗਦਾ ਉਹਨੂੰ ਪ੍ਰੀਵੈਂਟ ਕਰਦੀ ਹੈ ਉਹਨੂੰ ਰੋਕਦੀ ਹੈ ਕਿਉਂਕਿ ਤੁਹਾਡੀ ਬਾਡੀ ਦਾ ਕੋਈ ਮਾਸ ਹੈ ਅਗਰ ਤੁਹਾਡੀ ਕਾਰ ਜਿਹੜੀ ਆ 100 ਕਿਲੋਮੀਟਰ ਪਰ ਆਵਰ ਦੀ ਵੈਲੋਸਿਟੀ ਤੇ ਜਾਂਦੀ ਪਈ ਹੈ ਤੁਹਾਡੀ ਬਾਡੀ ਵੀ ਕੀ ਹੈ ਜੀ 100 ਕਿਲੋਮੀਟਰ ਪਰ ਆਵਰ ਦੀ ਵੈਲੋਸਿਟੀ ਤੇ ਮੂਵ ਕਰਦੀ ਪਈ ਤੁਹਾਡੀ ਬਾਡੀ ਦਾ ਮਾਸ ਹੈ ਤੁਹਾਡੀ ਬਾਡੀ ਮਾਸ ਕਰਕੇ એનર્ਜੀ ਸੇਵ ਕਰੂਗੀ ਮੀਨਸ ਉਹਦਾ ਕੋਈ ਨਾ ਕੋਈ ਮੂਵਮੈਂਟ ਆਫ એનર્ਜੀ ਹੋਊਗਾ ਉਹਦਾ ਕੋਈ ਨਾ ਕੋਈ ਮਾਸ ਹੋਊਗਾ ਉਹਦੀ ਕੋਈ ਨਾ ਕੋਈ ਵੈਲੋਸਿਟੀ ਹੋਊਗੀ ਉਹਦੀ ਕੋਈ ਨਾ ਕੋਈ ਸਪੀਡ ਹੋਊਗੀ ਉਹਦਾ ਕੋਈ ਨਾ ਕੋਈ ਮੋਮੈਂਟਮ ਹੋਊਗਾ ਸੋ ਅਗਰ ਕਾਰ ਦੇ ਕੋਈ ਚੀਜ਼ ਆ ਜਾਂਦੀ ਹੈ ਤੁਹਾਡੀ ਬਾਡੀ ਨੂੰ ਸਡਨ ਸ਼ੌਕ ਲੱਗਦਾ ਕਿਉਂਕਿ ਕਾਰ ਜਿਹੜੀ ਹੈ ਉਹਦੀ ਵੈਲੋਸਿਟੀ ਅਗਰ 100 ਤੋਂ ਕੋਈ ਸੈਕਿੰਡ ਦੇ ਵਿੱਚ 20 ਕਿਲੋਮੀਟਰ ਪਰ ਆਵਰ ਦੀ ਸਪੀਡ ਹੋਊਗੀ ਕਹਿ ਸਕਦੇ ਕਾਰ ਦੀ ਸਪੀਡ ਜਿਹੜੀ ਆ 80 ਕਿਲੋਮੀਟਰ ਡਿਕਰੀਜ਼ ਹੋਊਗੀ ਤੁਹਾਡੀ ਬਾਡੀ ਨੂੰ ਸਡਨ ਸ਼ੌਕ ਲੱਗਦਾ ਤੁਹਾਡੀ ਕਹਿੰਦੇ ਤੁਹਾਡਾ ਐਕਸੀਡੈਂਟ ਹੋ ਸਕਦਾ ਤੁਹਾਨੂੰ ਇੰਜਰੀ ਆ ਸਕਦੀ ਹੈ ਜਾਂ ਡੈਥ ਹੋ ਸਕਦੀ ਹੈ ਬਟ ਜਿਹੜੀ ਇਹ ਸੀਟ ਬੈਲਟ ਆ ਕੀ ਕਰਦੀ ਹੈ ਕਿ ਤੁਹਾਨੂੰ ਕੁਛ ਨਹੀਂ ਇਫੈਕਟ ਪ੍ਰੋਵਾਈਡ ਕਰਦੀ ਹੈ ਜਿਹੜਾ ਸਡਨ ਸ਼ੌਕ ਲੱਗਦਾ ਵਾ ਉਹਨੂੰ ਪ੍ਰੀਵੈਂਟ ਕਰਦੀ ਹੈ ਉਹਨੂੰ ਰੋਕ ਲੈਂਦੀ ਹੈ ਠੀਕ ਹੈ ਜੀ ਕਿਹਨੂੰ ਰੋਕ ਲੈਂਦੀ ਹੈ ਤੁਹਾਡੀ ਬੋਡੀ ਸਰ ਸਾਡੀ ਬੋਡੀ ਕਿਉਂ ਬੋਡੀ ਰੋਕ ਲੈਂਦੀ ਹੈ ਕਿਉਂਕਿ ਬੋਡੀ ਜਿਹੜੀ ਹਾਈ ਵੈਲੋਸਿਟੀ ਤੇ ਜਾਂਦੀ ਹੈ ਠੀਕ ਹੈ ਜੀ ਚਲੋ ਜੀ ਇਹਦੇ ਨਾਲ ਤੁਹਾਡਾ ਇਹ ਟੌਪਿਕ ਖਤਮ ਹੁੰਦਾ ਵਾ ਉਸ ਤੋਂ ਬਾਅਦ ਹੋਰ ਵੀ ਐਗਜ਼ਾਮਪਲਸ ਹੈਗੀਆਂ ਇਹਦੇ ਵਿੱਚ ਹੋਰ ਕਿਹੜੀ ਐਗਜ਼ਾਮਪਲ ਕਰ ਸਕਦੇ ਹੋ ਇਸ ਤੋਂ ਸਰ ਇਹ ਝਟਕੇ ਵਾਲੀ ਜਾਂ ਜੇ ਝਟਕੇ ਵਾਲੀ ਵੀ ਗੱਲ ਹੋ ਗਈ ਹੋਰ ਕੋਈ ਇਸ ਤੋਂ ਇਲਾਵਾ ਮੋਮੈਂਟਮ ਦੀ ਮੋਮੈਂਟਮ ਦੀ ਸਰ ਹਾਂ ਦੇਖੋ ਜੀ ਤੁਹਾਡੀਆਂ ਗੱਡੀਆਂ ਤੋਂ ਘਰੇ ਚੱਲਦੀਆਂ ਬਾਈਕਸ ਚੱਲਦੀਆਂ ਬਾਈਕਸ ਦੇ ਸਪ੍ਰਿੰਗ ਲੱਗੇ ਹੁੰਦੇ ਉਹ ਸਪ੍ਰਿੰਗ ਕਾਹਤੋਂ ਲੱਗੇ ਹੁੰਦੇ ਆ ਸਰ ਵੀ ਝਟਕਾ ਨਾਲ ਲੱਗੇ ਸਡਨ ਸ਼ੌਕ ਤੋਂ ਬਚਾਉਣਾ ਜੇ ਤੁਹਾਡੀ ਗੱਡੀ ਦੀ ਚੈਸੀ ਹੈ ਨਾ ਕਿਤੇ ਵੀ ਟੁੱਟ ਸਕਦੀ ਹੈ ਬਟ ਉਹਦੇ ਵਿੱਚ ਸਪ੍ਰਿੰਗ ਲੱਗੇ ਹੁੰਦੇ ਕੁਛ ਨਹੀਂ ਇਫੈਕਟ ਪ੍ਰੋਵਾਈਡ ਕਰਦੇ ਆ ਜਿਹੜਾ ਉਹ ਸਡਨ ਸ਼ੌਕ ਲੱਗਦਾ ਉਹ ਰੋਕ ਲੈਂਦੇ ਆ ਉਹ ਤੁਹਾਡੀ ਜਿਹੜੀ ਬਾਈਕ ਉਹਦਾ ਵੀ ਮਾਸ ਹੁੰਦਾ ਮਾਸ ਦੇ ਕਾਰਨ ਜਦੋਂ ਬਾਈਕ ਰਨ ਕਰਦੀ ਆ ਆਪਦੇ ਵਿੱਚ એનર્ਜੀ ਸਟੋਰ ਕਰਦੀ ਆ એનર્ਜੀ ਸਟੋਰ ਕਰੂਗੀ ਉਹਦਾ ਮਾਸ ਵੀ ਜ਼ਿਆਦਾ ਹੋਊਗਾ ਉਹਦਾ ਮੋਮੈਂਟਮ ਵੀ ਜ਼ਿਆਦਾ ਹੋਊਗਾ ਮੋਮੈਂਟਮ ਉਹਦੀ ਵੈਲੋਸਿਟੀ ਵੀ ਜ਼ਿਆਦਾ ਹੋਊਗੀ ਔਰ ਅਗਰ ਜਦੋਂ ਅਸੀਂ ਰਨ ਕਰਦੇ ਆ ਬਾਈਕ ਨੀਚੇ ਬਹੁਤ ਸਾਰੇ ਐਸੇ ਰਫ ਰੋਡ ਤੇ ਮੇਰਾ ਬਾਈਕ ਚੱਲਦੀ ਹੈ ਬਟ ਉਹਦੀ ਜਿਹੜੀ ਚੈਸੀ ਹੈ ਉਹਨੂੰ ਕੋਈ ਇਫੈਕਟ ਨਹੀਂ ਪੈਂਦਾ ਕਿਉਂਕਿ ਉਹਦੇ ਵਿੱਚ ਜਿਹੜੇ ਸਪ੍ਰਿੰਗ ਲੱਗੇ ਆ ਉਹ ਹੀ ਕਰਦੇ ਆ ਜੀ ਉਹ ਜਿਹੜਾ ਮੋਮੈਂਟਮ ਹੈ ਉਹਦੇ ਵਿੱਚ ਅਬਜ਼ੌਰਬ ਕਰ ਲੈਂਦੇ ਆ ਠੀਕ ਹੈ ਜੀ ਜਿਹੜਾ ਝਟਕਾ ਲੱਗਦਾ ਉਹਨੂੰ ਉਹਦੇ ਵਿੱਚ ਅਬਜ਼ੌਰਬ ਕਰ ਲੈਂਦੇ ਆ ਉਸ ਤੋਂ ਬਾਅਦ ਤੁਹਾਡੇ ਉਸ ਤੋਂ ਬਾਅਦ ਦੇਖੋ ਜੀ ਇੱਕ ਐਗਜ਼ਾਮਪਲ ਤੁਸੀਂ ਹੋ ਸਕਦਾ ਨਾਮ ਦੇਖੀ ਹੋਵੇ ਜਿਹੜੀਆਂ ਤੁਹਾਡੀਆਂ ਗੱਡੀਆਂ ਦੇ ਇੰਜਨ ਹੁੰਦੇ ਆ ਨਾ ਜਿਹੜੀਆਂ ਗੱਡੀਆਂ ਦੇ ਇੰਜਨ ਹੁੰਦੇ ਆ ਉਹ ਚੈਸੀ ਨਾਲ ਜਦੋਂ ਉਹਨੂੰ ਮਾਊਂਟ ਕਰਦੇ ਆ ਉਹਨੂੰ ਅਟੈਚ ਕਰਦੇ ਆ ਉਹਨੂੰ ਹੋਲਡ ਕਰਦੇ ਆ ਉਹਦੇ ਨੀਚੇ ਡੈਂਪਰ ਲਾਏ ਜਾਂਦੇ ਆ ਡੈਂਪਰ ਵੀ ਰਬੜ ਵਾਲੇ ਲਾਏ ਜਾਂਦੇ ਆ ਜਿਹੜਾ ਗੱਡੀ ਦਾ ਇੰਜਨ ਹੈ ਕਦੀ ਵੀ ਉਹਦੇ ਨਾਲ ਰੀਜਨਲੀ ਫਿਕਸ ਨਹੀਂ ਹੁੰਦਾ ਉਹਦੇ ਵਿੱਚ ਥੋੜੀ ਬਹੁਤ ਪਲੇ ਹੁੰਦੀ ਹੈ ਉਹ ਪਲੇ ਕਿਉਂ ਹੁੰਦੀ ਹੈ ਉਹ ਵੀ ਇਹੋ ਕਰਦੇ ਹੁੰਦਾ ਕਿ ਜਿਹੜੀ ਤੁਹਾਡਾ ਇੰਜਨ ਚੱਲਦਾ ਉਹਦੇ ਵਿੱਚ ਜਿੰਨੀਆਂ ਵੀ ਉਹਦੇ ਗੇਅਰ ਵਗੈਰਾ ਹੁੰਦੇ ਆ ਜਿੰਨੀਆਂ ਵੀ ਗਰਾਰੀਆਂ ਵਗੈਰਾ ਹੁੰਦੀਆਂ ਵਾ ਉਹਨਾਂ ਦਾ ਮਾਸ ਜ਼ਿਆਦਾ ਹੁੰਦਾ ਜਦੋਂ ਰਨ ਕਰਦੀਆਂ ਵਾ ਉਹਨਾਂ ਦਾ ਮੂਵਮੈਂਟ ਆਫ ਇਨਰਸ਼ੀਆ ਜ਼ਿਆਦਾ ਹੋਊਗਾ ਮੂਵਮੈਂਟ ਆਫ ਇਨਰਸ਼ੀਆ ਜ਼ਿਆਦਾ ਹੋਊਗਾ ਮੋਮੈਂਟਮ ਵੀ ਜ਼ਿਆਦਾ ਹੋਊਗਾ ਵੈਲੋਸਿਟੀ ਵੀ ਜ਼ਿਆਦਾ ਹੋਊਗੀ ਔਰ ਅਗਰ ਉਹ ਰੀਜਨਲੀ ਫਿਕਸ ਹੈ ਤੁਹਾਡੀ ਗੱਡੀ ਦੀ ਚੈਸੀ ਹੈ ਫਿਰ ਬ੍ਰੇਕ ਹੋ ਜਾਣੀ ਹੈ ਬਟ ਉਹ ਬ੍ਰੇਕ ਨੂੰ ਬਚਾਉਣ ਵਾਸਤੇ ਕੀ ਹੁੰਦਾ ਜੀ ਉਹਦੇ ਵਿੱਚ ਡੈਂਪਰ ਲਾਏ ਜਾਂਦੇ ਆ ਜਿਹੜੀਆਂ ਉਹ ਰਬੜਾਂ ਲਾਈ ਜਾਂਦੀਆਂ ਉਹ ਕਿਹਦਾ ਕੰਮ ਕਰਦੀਆਂ ਜੀ ਕਿਹਦਾ ਕੰਮ ਕਰਦੀਆਂ ਡੈਂਪਰ ਦਾ ਕੰਮ ਕਰਦੀਆਂ ਕੁਛ ਨਹੀਂ ਇਫੈਕਟ ਪ੍ਰੋਵਾਈਡ ਕਰਦੀਆਂ ਇਹ ਜਿਹੜਾ ਵੀ ਬਾਡੀ ਦੀ ਵੈਲੋਸਿਟੀ ਹੈ ਜਾਂ ਉਹਦਾ ਸਪੀਡ ਹੈ ਜਾਂ ਜਿਹੜਾ ਵੀ ਉਹਦੇ ਵਿੱਚ ਸ਼ੌਕ ਲੱਗਦਾ ਸਡਨ ਸ਼ੌਕ ਲੱਗਦਾ ਉਹਨੂੰ ਅਬਜ਼ੌਰਬ ਕਰ ਦਿੰਦੇ ਆ ਇਹ ਪਲੀਜ਼ ਵੀ ਇਹ ਤੁਸੀਂ ਚੀਜ਼ ਜਿਹੜੀ ਹੈ ਨਾ ਉੱਤੇ ਚੈੱਕ ਕਰਿਓ ਕੀ ਬੋਲਦੇ ਆ ਬਸ ਅੰਦਰ ਆ ਕੇ ਇਹ ਚੀਜ਼ ਤੁਹਾਨੂੰ ਨਹੀਂ ਦੇਖਣੀ ਚਾਹੀਦੀ ਇਦਾਂ ਨਹੀਂ ਦੇਖਣੀ ਗੱਡੀ ਹੈਗੀ ਹੈ ਗੱਡੀ ਦੇ ਵਿੱਚ ਵੜ ਜਾਏਗਾ ਥੱਲੇ ਥੱਲੇ ਚੱਲ ਜਾਏਗਾ ਗੱਡੀ ਵੀ ਲੱਗੀ ਹੁੰਦੀ ਹੈ ਹਾਂ ਥੱਲੇ ਵੜ ਜੂਗਾ ਵੜ ਜੂਗਾ ਘਰਾਂ ਦੇ ਜੀ ਇਹ ਵੇਖਣ ਦੀ ਲੋੜ ਨਹੀਂ ਪਰ ਹੁੰਦੀ ਹੈ ਉਸ ਤੋਂ ਬਾਅਦ ਦੇਖੋ ਤੁਹਾਡੇ ਘਰ ਦੇ ਵਿੱਚ ਚਾਰਾ ਕੰਟਰੋਲ ਦੀ ਮਸ਼ੀਨ ਹੁੰਦੀ ਆ ਉਹਨੂੰ ਅਸੀਂ ਉਹ ਥੱਲੇ ਲਾਉਣੇ ਆ ਕਿੱਦਾਂ ਲਾਉਣੇ ਆ ਥੱਲੇ ਲੱਕੜ ਲਾ ਦਿੱਤੀ ਉਹ ਲੱਕੜ ਕੀ ਕਰਦੀ ਹੈ ਡੈਂਪਰ ਦਾ ਕੰਮ ਕਰਦੀ ਹੈ ਨਹੀਂ ਜਦੋਂ ਟੋਕਾ ਦਾ ਡਰ ਨਾ ਕਰੂਗਾ ਉਹਦਾ ਮਾਸ ਹੈ ਮਾਸ ਦੇ ਅੰਦਰ એનર્ਜੀ ਸਟੋਰ ਕਰੂਗਾ ਵੈਲੋਸਿਟੀ ਜ਼ਿਆਦਾ ਹੋਊਗਾ ਮੋਮੈਂਟਮ ਜ਼ਿਆਦਾ ਹੋਊਗਾ ਅਗਰ ਤੁਸੀਂ ਇਹਨੂੰ ਟੋਕੇ ਉਹਦਾ ਲਾ ਦਿੰਦੇ ਨਾ ਰਿਪੋਰਟ ਦਾ ਸਾਰਾ ਕੁਝ ਕਰਦਾ ਪਰ ਜਿਹਦੇ ਥੱਲੇ ਤੁਸੀਂ ਲੱਕੜ ਲਾ ਦਿੰਦੇ ਹੋ ਡੈਂਪਰ ਦਾ ਕੰਮ ਕਰਦੇ ਡੈਂਪਰ ਵੀ ਉਹਦੀ ਫ੍ਰੀਕੁਐਂਸੀ ਨੂੰ ਆਪਣੇ ਅਬਜ਼ੌਰਬ ਕਰ ਲੈਂਦਾ ਠੀਕ ਹੈ ਜੀ ਇਹਦਾ ਕਰਕੇ ਵੀ ਹੋਰ ਬਹੁਤ ਸਾਰੀਆਂ ਐਗਜ਼ਾਮਪਲਸ ਆ ਚਲੋ ਕੋਈ ਗੱਲ ਨਹੀਂ ਤਿੰਨ ਐਗਜ਼ਾਮਪਲ ਜਿਹੜੀਆਂ ਵਾ ਮੈਂ ਤੁਹਾਨੂੰ ਕਰਵਾ ਦਿੱਤੀਆਂ
ਜਿਵੇਂ ਤੁਸੀਂ ਗੱਲ ਕਰ ਸਕਦੇ ਆ ਫੀਲਡ ਵਾਲੀ, ਫੀਲਡਿੰਗ ਵਾਲੀ, ਉਸ ਤੋਂ ਬਾਅਦ ਫੀਲਡ ਵਾਲੀ, ਉਸ ਤੋਂ ਬਾਅਦ ਸੀਟ ਬੈਲਟ ਵਾਲੀ ਬੈਸਟ ਰਿਜ਼ਲਟ ਆ। ਔਰ ਨੀਅਰ ਅਬਾਊਟ ਤੁਹਾਡੀ ਗੱਡੀ ਦੀ ਸੀਟ ਵੀ ਆ ਸਕਦੀ ਹੈ, ਜਿਹੜੀ ਤੁਹਾਡੀ ਗੱਡੀ ਦੀ ਸੀਟ ਲੱਗੀ ਹੁੰਦੀ ਹੈ ਉਹ ਵੀ ਤੁਹਾਨੂੰ ਕੁਝ ਨਹੀਂ ਇਫੈਕਟ ਕਰੇਗਾ। ਬੱਸ ਦੀ ਸੀਟ ਵੀ ਗੱਲ ਕਰ ਸਕਦੇ ਨੇ, ਤੁਹਾਡੀ ਬਾਈਕ ਦੀ ਸੀਟ ਦੀ ਵੀ ਗੱਲ ਕਰ ਸਕਦੇ ਨੇ। ਨੀਅਰ ਅਬਾਊਟ ਹੋਰ ਵੀ ਬਹੁਤ ਸਾਰੇ ਐਗਜ਼ਾਮਪਲ ਨੇ ਜਿਹੜੇ ਆਪਾਂ ਲੈ ਕੇ